ਉਹਨਾਂ ਦਾ ਸੁਪਨਾ ਸੀਗਾ ਜਿਸ ਤਰ੍ਹਾਂ ਦਾ ਉਹ ਭਾਰਤ ਚਾਹੁੰਦੇ ਸੀਗੇ ਉਹਦੇ ਤੇ ਅਸੀਂ ਮੇਰੀ ਸੋਚ ਨਾਲ ਅਸੀਂ 1-2% ਵੀ ਨਹੀਂ ਅੱਗੇ ਵੱਧ ਸਕੇ। ਉਹਨਾਂ ਦੇ ਜਿਹੜੇ ਸੁਪਨੇ ਸੀ ਉਹ ਤੇ ਉਹਨਾਂ ਦਾ ਸੁਪਨਾ ਸੀ ਵੀ ਅਮੀਰੀ ਗਰੀਬੀ ਦਾ ਫਰਕ ਜਿਹੜਾ ਉਹ ਖਤਮ ਹੋਵੇ। ਅੱਜ ਉਹ ਵੱਧ ਰਿਹਾ। ਅੱਜ ਫਿਰ ਉਹੀ 5% ਦੇ ਕਰੀਬ ਜਿਹੜੀ ਪਾਪੂਲੇਸ਼ਨ ਹੈਗੀ ਹੈ ਉਹ 70% ਦੇ ਉੱਪਰ ਕਾਬਜ਼ ਹੋਈ ਹੋਈ ਹੈ। ਲੋੜ ਸੀਗੀ ਇੱਕ ਖੜੇ ਹੋਣ ਦੀ ਔਰ ਪੰਜਾਬ ਨੇ ਇਸ ਦੀ ਲੀਡ ਲਈ ਹੈ ਔਰ ਹਰਿਆਣਾ ਨਾਲ ਮਿਲਿਆ ਔਰ ਹੌਲੀ ਹੌਲੀ ਸਾਰਾ ਹਿੰਦੁਸਤਾਨ ਇਹਦਾ ਪਾਰਟ ਬਣਦਾ ਜਾ ਰਿਹਾ। ਪਿਛਲੀ ਸਰਕਾਰਾਂ ਨੇ ਇੱਕ ਮਾਰ ਦਿੱਤਾ ਸੀ ਲੋਕਾਂ ਦੀ ਜ਼ਮੀਰਾਂ ਨੂੰ, ਉਹ ਜ਼ਮੀਰਾਂ ਹੁਣ ਲੋਕਾਂ ਦੀਆਂ ਜਾਗ ਪਈਆਂ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰਾਂ ਨੂੰ ਕੋਈ ਵੀ ਫੈਸਲੇ ਲੈਣੇ ਇੰਨੇ ਸੌਖੇ ਨਹੀਂ ਲੱਗਦੇ। ਅਲਟੀਮੇਟਲੀ ਇਹ ਉਹ ਸਰਕਾਰ ਕਹਿਣ ਲੱਗ ਪਈ ਹੈ ਕਿ ਸਾਨੂੰ ਤਾਂ ਕੋਈ ਦਿਖਿਆ ਹੀ ਨਹੀਂ, ਇਹਦੇ 'ਚ ਮਾੜੀ ਗੱਲ ਹੈ। ਦੂਜੇ ਪਾਸੇ ਉਹ ਕਹਿੰਦੇ ਨੇ ਵੀ ਅਸੀਂ ਇਹਨਾਂ ਨੂੰ ਚੇਂਜ ਕਰਨ ਵਾਸਤੇ ਤਿਆਰ ਹਾਂ, ਅਸੀਂ ਸੰਸ਼ੋਧਨ ਕਰਨ ਨੂੰ ਤਿਆਰ ਹਾਂ, ਅਸੀਂ 1.5-2 ਸਾਲ ਇਹਨੂੰ ਸਸਪੈਂਡ ਕਰਨ ਨੂੰ ਵੀ ਤਿਆਰ ਹਾਂ। ਫਿਰ ਰਿਵੀਲ ਕਰਨ ਨੂੰ ਕੀ ਦਿੱਕਤ ਹੈ? ਔਰ ਇਹ ਕਾਨੂੰਨ ਇਹਨਾਂ ਨੂੰ ਰਿਵੀਲ ਕਰਨੇ ਪੈਣੇ ਹੈ। ਅੱਜ ਕਰ ਲੈਣ, 2 ਦਿਨ ਨੂੰ ਕਰ ਲੈਣ, 10 ਦਿਨ ਨੂੰ ਕਰ ਲੈਣ, ਕਿਉਂਕਿ ਹਾਲਾਤ ਜਿਹੜੇ ਨੇ ਵਿਗੜ ਰਹੇ ਨੇ, ਇਹਨਾਂ ਦੇ ਕੰਟਰੋਲ ਨਹੀਂ ਹੋਣੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ ਏਅਰ ਤੇ ਮੈਂ ਹਾਂ ਰਮਨ ਧੂਰ। ਅਸੀਂ ਇਸ ਵੇਲੇ ਕੁੰਡਲੀ ਬਾਰਡਰ ਦੀ ਮੇਨ ਸਟੇਜ ਦੀ ਬੈਕ ਤੇ ਬੈਠੇ ਹੋਏ ਹਾਂ ਤੇ ਅੱਜ ਕਿਉਂਕਿ ਪਗੜੀ ਸੰਭਾਲ ਦਿਵਸ ਮਨਾਇਆ ਜਾ ਰਿਹਾ ਜਿਹੜਾ ਕਿ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ, ਜਿਹੜਾ ਸਵਾਮੀ ਸਹਿਜਾਨੰਦ ਜੀ ਨੂੰ ਸਮਰਪਿਤ ਜਿਹੜਾ ਇਹ ਦਿਨ ਅੱਜ ਦਾ ਮਨਾਇਆ ਜਾ ਰਿਹਾ। ਇਸ ਵੇਲੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਪਗੜੀ ਸੰਭਾਲ ਪਹਿਲੀ ਜਿਹੜੀ ਇੱਕ ਪਗੜੀ ਸੰਭਾਲ ਜੱਟਾ ਲਹਿਰ ਦਾ ਜ਼ਿਕਰ ਹੋਇਆ ਬਾਰ-ਬਾਰ ਔਰ ਸਟੇਜ ਦੇ ਉੱਤੇ ਹਮੇਸ਼ਾ ਦੀ ਤਰ੍ਹਾਂ ਠਾਠਾਂ ਮਾਰਦਾ ਇਕੱਠ ਹੈ, ਉਹਦੇ ਨਾਲ ਅੱਜ ਜਿਹੜੀ ਖਾਸ ਇੱਕ ਚੀਜ਼ ਹੋਈ ਹੈ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਜਿਹੜੇ ਹੈਗੇ ਆ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਉਹਨਾਂ ਦੀ ਸ਼ਮੂਲੀਅਤ ਦੇਖੀ ਗਈ ਆ। ਉਹਨਾਂ ਦੀ ਭਾਣਜੀ ਜਿਹੜੀ ਆ ਪਹਿਲਾਂ ਲਗਾਤਾਰ ਬਣੇ ਹੋਏ ਆ ਤੇ ਅੱਜ ਉਹਨਾਂ ਦੇ ਭਤੀਜਾ ਜੀ ਜਿਹੜੇ ਹੈਗੇ ਆ ਉਹ ਆਏ ਹੋਏ ਨੇ। ਪਹਿਲਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਬਹੁਤ-ਬਹੁਤ। ਆਪਣੇ ਬਾਰੇ ਡਿਟੇਲ ਨਾਲ ਸਾਨੂੰ ਜ਼ਰੂਰ ਦੱਸ ਦੇਵੋ। ਮੈਂ ਜੀ ਅਭੈ ਸਿੰਘ ਸੰਧੂ, ਸ਼ਹੀਦ ਆਜ਼ਮ ਭਗਤ ਸਿੰਘ ਦੇ ਛੋਟੇ ਭਾਈ ਸਰਦਾਰ ਕੁਲਬੀਰ ਸਿੰਘ ਦਾ ਬੇਟਾ ਜੀ ਔਰ ਸਰਦਾਰ ਅਜੀਤ ਸਿੰਘ ਜੀ ਦਾ ਗ੍ਰੈਂਡ ਨੈਫਿਊ ਹਾਂ। ਇੱਕ ਉਹ ਸਮਾਂ ਸੀ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੇ ਇੱਕ ਲਹਿਰ ਖੜੀ ਕਰ ਦਿੱਤੀ ਸੀ ਤੇ ਲੋਕਾਂ ਨੂੰ ਅਹਿਸਾਸ ਕਰਾਇਆ ਸੀਗਾ ਕਿ ਤੁਸੀਂ ਕਿੰਨੀਆਂ ਜੰਜੀਰਾਂ ਦੇ ਵਿੱਚ ਬੱਝੇ ਹੋਏ ਹੋ। ਤੇ ਇੱਕ ਅੱਜ ਦਾ ਸਮਾਂ ਕਿ ਉਸੇ ਹੀ ਭਗਤ ਸਿੰਘ ਦੇ ਵਾਰਸਾਂ ਨੇ ਜਿਹੜੀ ਆ ਇੱਕ ਇਹ ਮੋਰਚਾ ਖੜਾ ਕਰ ਲਿਆ ਹੋਇਆ। ਕਿਵੇਂ ਦੇਖਦੇ ਆ ਸਾਰੇ ਵਰਤਾਰੇ ਨੂੰ? ਦੇਖੋ, ਸ਼ਹੀਦ ਆਜ਼ਮ ਨੇ ਉਹਨਾਂ ਦੀ ਸੋਚ ਸੀ ਵੀ ਮੈਂ ਆਪਣੀ ਕੁਰਬਾਨੀ ਦੇਵਾਂਗਾ ਤੇ ਲੱਖਾਂ ਜਿਹੜੇ ਸ਼ਹੀਦ ਭਗਤ ਸਿੰਘ ਜਿਹੜੇ ਪੈਦਾ ਹੋਣਗੇ। ਉਹ ਟਾਈਮ ਪੈ ਗਿਆ। ਅੱਜ ਜਿਵੇਂ ਜ਼ਰੂਰਤ ਪਈ ਹੈ, ਇਹ ਅਸਲ ਵਾਰਿਸ ਉਹ ਲੋਕ ਨੇ ਜਿਹੜੇ ਇੱਥੇ ਪਿਛਲੇ 3 ਮਹੀਨਿਆਂ ਤੋਂ ਬੈਠੇ ਹੋਏ ਨੇ ਔਰ ਉਸ ਤੋਂ ਪਹਿਲੇ ਇਹ ਮੂਵਮੈਂਟ ਪੰਜਾਬ ਦੀਆਂ ਸੜਕਾਂ ਤੇ ਰੇਲਾਂ ਤੇ ਚੱਲ ਰਹੀਆਂ ਸੀਗੀਆਂ ਔਰ ਇਹ ਲੋੜ ਸੀਗੀ ਇੱਕ ਖੜੇ ਹੋਣ ਦੀ ਔਰ ਪੰਜਾਬ ਨੇ ਇਸ ਦੀ ਲੀਡ ਲਈ ਹੈ ਔਰ ਹਰਿਆਣਾ ਨਾਲ ਮਿਲਿਆ ਔਰ ਹੌਲੀ ਹੌਲੀ ਸਾਰਾ ਹਿੰਦੁਸਤਾਨ ਇਹਦਾ ਪਾਰਟ ਬਣਦਾ ਜਾ ਰਿਹਾ। ਕਿਉਂਕਿ ਇਹ ਜ਼ਰੂਰੀ ਸੀ ਕਿ ਜਿਹੜੀ ਪਿਛਲੀ ਸਰਕਾਰਾਂ ਨੇ ਇੱਕ ਮਾਰ ਦਿੱਤਾ ਸੀ ਲੋਕਾਂ ਦੀ ਜ਼ਮੀਰਾਂ ਨੂੰ, ਉਹ ਜ਼ਮੀਰਾਂ ਹੁਣ ਲੋਕਾਂ ਦੀਆਂ ਜਾਗ ਪਈਆਂ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰਾਂ ਨੂੰ ਕੋਈ ਵੀ ਫੈਸਲੇ ਲੈਣੇ ਇੰਨੇ ਸੌਖੇ ਨਹੀਂ ਲੱਗਦੇ। ਇੱਕ ਸਮਾਂ ਸੀ ਜਦੋਂ ਮਾਹੌਲ ਜਿਹੜਾ ਇਹੋ ਜਿਹਾ ਸੀਗਾ ਕਿ ਹਰ ਇੱਕ ਚੀਜ਼ ਦੇ ਲਈ ਆਗਾਹ ਕੀਤਾ ਗਿਆ, ਪੜ੍ਹਨ ਦੀ ਪਿਰਤ ਪਾਈ, ਬੇਹੱਦ ਨੌਜਵਾਨ ਸੀਗੇ ਉਹੀ ਜਿਹੜਾ ਜੋਸ਼ ਅੱਜ ਨੌਜਵਾਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ। ਕਿਤਾਬਾਂ ਦਾ ਜਿਹੜਾ ਸਬੰਧ ਤੁਸੀਂ ਦੇਖਿਆ ਹੋਣਾ ਕਿ ਮੋਰਚੇ ਦੇ ਉੱਤੇ ਬੜੀਆਂ ਸੋਹਣੀਆਂ ਸ਼ੁਰੂਆਤਾਂ ਹੋਈਆਂ। ਇੱਕ ਪਾਸੇ ਕਿਸਾਨ ਮੋਰਚਾ ਤੇ ਦੂਜੇ ਪਾਸੇ ਵੱਡੀ ਤਾਦਾਦ ਦੇ ਵਿੱਚ ਕਿਤਾਬਾਂ ਔਰ ਨੌਜਵਾਨ ਜਿਹੜੇ ਖਾਸ ਤੌਰ ਤੇ ਜਿਹੜਾ ਕਿਤਾਬਾਂ ਦਾ ਜਿਹੜਾ ਗਿਆਨ ਫੈਲਾ ਰਹੇ। ਇਹਨਾਂ ਸ਼ੁਰੂਆਤਾਂ ਨੂੰ ਕਿਵੇਂ ਦੇਖਦੇ ਹੋ ਵੀ ਸੜਕਾਂ ਦੇ ਉੱਤੇ? ਦੇਖੋ, ਸ਼ਹੀਦ ਆਜ਼ਮ ਦਾ ਵੀ ਕਹਿਣਾ ਇਹ ਸੀ ਕਿ ਤੁਸੀਂ ਪੜ੍ਹਾਈ ਕਰੋ, ਪੜ੍ਹਾਈ ਦੇ ਨਾਲ ਹੀ ਤੁਹਾਨੂੰ ਗਿਆਨ ਮਿਲੂਗਾ। ਤੁਸੀਂ ਉਸ ਕਿਸੇ ਵੀ ਸੰਘਰਸ਼ ਦੇ ਵਿੱਚ ਅੱਗੇ ਵਧਣਾ ਹੈ ਤੇ ਤੁਹਾਡੀ ਸਟੱਡੀ ਪੂਰੀ ਹੋਣੀ ਚਾਹੀਦੀ ਹੈ। ਤੁਸੀਂ ਫਿਰ ਦਲੀਲ ਨਾਲ ਗੱਲ ਕਰ ਸਕਦੇ ਹੋ। ਜੇ ਤੁਸੀਂ ਐਵੇਂ ਹੀ ਅੰਧ ਭਗਤ ਬਣ ਕੇ ਬਿਨਾਂ ਸੋਚੇ ਸਮਝੇ ਕਿਸੇ ਦੀ ਗੱਲ ਮੰਨਣਾ ਵੀ ਜਿਹੜੀ ਹੈ ਉਹ ਇੱਕ ਗਲਤ ਕੰਮ ਹੈ। ਤੇ ਤੁਸੀਂ ਕਿਸੇ ਵੀ ਵਿਸ਼ੇ ਵਾਸਤੇ ਗੱਲ ਕਰਨੀ ਹੈ ਤੇ ਉਸ ਵਿਸ਼ੇ ਨੂੰ ਪਹਿਲੇ ਸਟੱਡੀ ਕਰੋ ਔਰ ਉਹਦੇ ਬਾਰੇ ਦਲੀਲ ਨਾਲ ਤੁਸੀਂ ਗੱਲ ਕਰੋ। ਅੱਜ ਕਿਸਾਨ ਮੋਰਚੇ ਦੇ ਵਿੱਚ ਜਿਹੜੇ ਆਗੂ ਨੇ, ਇੰਨੀਆਂ ਮੀਟਿੰਗਾਂ ਹੋਈਆਂ, ਮੀਟਿੰਗਾਂ ਵਿੱਚ ਇਹਨਾਂ ਵੱਲੋਂ ਇੱਕ ਦਲੀਲ ਨਾਲ ਗੱਲ ਸੀ, ਹਰ ਪੁਆਇੰਟ ਤੇ ਪੁਆਇੰਟ ਗੱਲ ਕੀਤੀ ਹੈ। ਸਰਕਾਰ ਨੇ ਨਾ ਸਮਝਣੀ ਸੀ, ਨਾ ਉਹਨਾਂ ਨੇ ਸਮਝੀ ਔਰ ਉਹ ਕਿ ਸਾਨੂੰ ਤਾਂ ਦੱਸਿਆ ਹੀ ਨਹੀਂ ਗਿਆ। ਮਤਲਬ ਅਲਟੀਮੇਟਲੀ ਇਹ ਉਹ ਸਰਕਾਰ ਕਹਿਣ ਲੱਗ ਪਈ ਹੈ ਕਿ ਸਾਨੂੰ ਤਾਂ ਕੋਈ ਦਿਖਿਆ ਹੀ ਨਹੀਂ, ਇਹਦੇ 'ਚ ਮਾੜੀ ਗੱਲ ਹੈ। ਦੂਜੇ ਪਾਸੇ ਉਹ ਕਹਿੰਦੇ ਨੇ ਵੀ ਅਸੀਂ ਇਹਨਾਂ ਨੂੰ ਚੇਂਜ ਕਰਨ ਵਾਸਤੇ ਤਿਆਰ ਹਾਂ,
ਅਸੀਂ ਸੰਸ਼ੋਧਨ ਕਰਨ ਨੂੰ ਤਿਆਰ ਹਾਂ। ਅਸੀਂ 1.5-2 ਸਾਲ ਇਹਨੂੰ ਸਸਪੈਂਡ ਕਰਨ ਨੂੰ ਵੀ ਤਿਆਰ ਹਾਂ। ਫਿਰ ਰਿਵੀਲ ਕਰਨ ਨੂੰ ਕੀ ਦਿੱਕਤ ਹੈ? ਔਰ ਇਹ ਕਾਨੂੰਨ ਇਹਨਾਂ ਨੂੰ ਰਿਵੀਲ ਕਰਨੇ ਪੈਣੇ ਆ। ਅੱਜ ਕਰ ਲੈਣ, 2 ਦਿਨ ਨੂੰ ਕਰ ਲੈਣ, 10 ਦਿਨ ਨੂੰ ਕਰ ਲੈਣ, ਕਿਉਂਕਿ ਹਾਲਾਤ ਜਿਹੜੇ ਨੇ ਵਿਗੜ ਰਹੇ ਨੇ, ਇਹਨਾਂ ਦੇ ਕੰਟਰੋਲ ਨਹੀਂ ਹੋਣੇ। ਸ਼ਹੀਦ ਆਜ਼ਮ ਭਗਤ ਸਿੰਘ ਜੀ ਸੁਪਨਿਆਂ ਦਾ ਭਾਰਤ ਦੀ ਬਹੁਤ ਗੱਲ ਕਰਦੇ ਸੀ, ਸੁਪਨਿਆਂ ਦਾ ਭਾਰਤ ਸਿਰਜਣਾ ਚਾਹੁੰਦੇ ਸੀ। ਤੁਸੀਂ ਕਿਉਂਕਿ ਉਸ ਪਰਿਵਾਰ ਨਾਲ ਸੰਬੰਧਿਤ ਹੋ ਤੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵੀ ਤੁਹਾਨੂੰ ਪਰਿਵਾਰ ਦੇ ਵਿਰਸੇ 'ਚੋਂ ਪਤਾ ਲੱਗੀਆਂ ਹੋਣਗੀਆਂ ਜਿਹੜੀਆਂ ਸ਼ਾਇਦ ਅਜੇ ਲੋਕਾਂ ਨੂੰ ਨਾ ਪਤਾ ਲੱਗੀਆਂ ਹੋਣ, ਹੈ ਨਾ? ਤੇ ਕੀ ਜਿਹੜਾ ਭਗਤ ਸਿੰਘ ਸੁਪਨਿਆਂ ਦਾ ਭਾਰਤ ਸਿਰਜਣਾ ਚਾਹੁੰਦੇ ਸੀ, ਆਜ਼ਾਦੀ ਤੋਂ ਬਾਅਦ ਤੁਸੀਂ ਦੇਖ ਪਾਏ ਆ ਕਿ ਇਹ ਉਹੀ ਸੁਪਨਿਆਂ ਦਾ ਭਾਰਤ ਹੈ ਜਾਂ ਕੁਝ ਹੋਰ ਹੈ? ਦੇਖੋ, ਜੋ ਉਹਨਾਂ ਦਾ ਸੁਪਨਾ ਸੀਗਾ, ਜਿਸ ਤਰ੍ਹਾਂ ਦਾ ਉਹ ਭਾਰਤ ਚਾਹੁੰਦੇ ਸੀਗੇ, ਉਹਦੇ ਤੇ ਅਸੀਂ, ਮੇਰੀ ਸੋਚ ਨਾਲ ਅਸੀਂ 1-2% ਵੀ ਨਹੀਂ ਅੱਗੇ ਵੱਧ ਸਕੇ, ਕਿਉਂਕਿ ਉਹਨਾਂ ਦੀ ਸੋਚ ਸੀ ਐਕਸਪਲੋਇਟੇਸ਼ਨ ਜਿਹੜੀ ਹੈ ਮੈਨ ਬਾਈ ਮੈਨ ਖਤਮ ਹੋਵੇ। ਹਰ ਮਜ਼ਦੂਰ ਨੂੰ, ਹਰ ਕਿਸਾਨ ਨੂੰ ਉਹਦੀ ਮਿਹਨਤ ਦਾ ਪੂਰਾ ਪੈਸਾ ਮਿਲੇ ਔਰ ਐਜੂਕੇਸ਼ਨ ਲੈ ਸਕੇ, ਉਹ ਆਪਣੀ ਗੱਲ ਕਹਿ ਸਕੇ। ਆਪਣੀ ਗੱਲ ਜਿਹੜਾ ਹੁਣ ਕਹਿਣ ਦੀ ਗੱਲ ਵੀ ਹੈ, ਉਹ ਦੂਜੇ ਪਾਸੇ ਨੂੰ ਲੈ ਕੇ ਜਾਂਦੇ ਨੇ ਔਰ ਕਾਨੂੰਨ 'ਚ ਬਣ ਗਏ ਵੀ ਹਾਂ ਜੀ ਤੁਹਾਨੂੰ ਬੋਲਣ ਦੀ ਆਜ਼ਾਦੀ ਹੈਗੀ ਹੈ। ਪਰ ਬੋਲਣ ਦੀ ਆਜ਼ਾਦੀ ਨੂੰ ਅੱਜ ਜਿੰਨਾ ਕੁੱਟਿਆ ਗਿਆ, ਪਿਛਲੇ ਮੈਂ ਇਹ ਕਹਾਂਗਾ ਵੀ ਐਮਰਜੈਂਸੀ ਦੇ ਟਾਈਮ ਜਾਂ ਹੁਣ ਪਿਛਲੇ 6 ਸਾਲ ਤੋਂ ਪ੍ਰੈਸ ਨੂੰ ਪੂਰੀ ਤਰ੍ਹਾਂ ਨਿਚੋੜਿਆ ਗਿਆ, ਪੂਰੀ ਤਰ੍ਹਾਂ ਉਹਨਾਂ ਨੂੰ ਗ੍ਰੈਬ ਕੀਤਾ ਹੈ, ਭਾਵੇਂ ਉਹ ਫਾਈਨੈਂਸ਼ੀਅਲੀ ਹੈ ਜਾਂ ਕਿਸੇ ਤਰ੍ਹਾਂ ਵੀ ਹੈ। ਅੱਜ ਉਹਨਾਂ ਦੇ ਬਹੁਤ ਸਾਰੇ ਚੈਨਲ ਜਿਹੜੇ ਨੇ, ਜੋ ਉਹਨਾਂ ਦੇ ਜਿਹੜੇ ਮਾਲਕ ਨੇ, ਜਿਨ੍ਹਾਂ ਦੇ ਖਿਲਾਫ ਲੜਾਈ ਹੈ, ਉਹੀ ਨੇ। ਇਨਡਾਇਰੈਕਟਲੀ ਤੁਸੀਂ ਕੋਈ ਵੀ ਚੈਨਲ ਨੂੰ ਜਿਹੜਾ ਮੇਨ ਹੈਗੇ ਨੇ, ਉਹਨਾਂ ਨੂੰ ਦੇਖ ਲਓ ਤੇ ਅਲਟੀਮੇਟਲੀ ਉਹਨਾਂ ਦੀ ਤਾਰ ਜਿਹੜੀ ਉੱਥੇ ਰੁਕੀ ਹੋਈ ਹੈ। ਤੇ ਇਸ ਕਰਕੇ ਉਹਨਾਂ ਦੇ ਜਿਹੜੇ ਸੁਪਨੇ ਸੀ, ਉਹ ਤੇ ਉਹਨਾਂ ਦਾ ਸੁਪਨਾ ਸੀ ਵੀ ਅਮੀਰੀ ਗਰੀਬੀ ਦਾ ਫਰਕ ਜਿਹੜਾ ਉਹ ਖਤਮ ਹੋਵੇ। ਅੱਜ ਉਹ ਵੱਧ ਰਿਹਾ। ਅੱਜ ਫਿਰ ਉਹੀ 5% ਦੇ ਕਰੀਬ ਜਿਹੜੀ ਪਾਪੂਲੇਸ਼ਨ ਹੈਗੀ ਹੈ, ਉਹ 70% ਦੇ ਉੱਪਰ ਕਾਬਜ਼ ਹੋਈ ਹੈ। ਤੇ ਉਹਨਾਂ ਦਾ ਸੁਪਨਾ ਤੇ ਇੱਕ ਸੁਪਨਾ ਹੀ ਰਹਿ ਗਿਆ। ਔਰ ਇਹੀ ਚੀਜ਼ਾਂ ਜਿਹੜੀਆਂ ਨੇ ਅੱਜ ਦੁਬਾਰਾ ਰਿਵੀਲ ਹੋ ਰਹੀਆਂ ਨੇ, ਲੋਕ ਜਿਹੜੇ ਨੇ ਇਕੱਠੇ ਹੋ ਰਹੇ ਨੇ, ਅੱਜ ਉਸ ਚੀਜ਼ ਨੂੰ ਮੁਕਾਮ ਤੇ ਪਹੁੰਚਣ ਦੀ ਕੋਸ਼ਿਸ਼ ਹੈਗੀ ਹੈ। ਕੀ ਭਾਰਤੀ ਲੋਕਾਂ ਦੀ ਸਮਰੱਥਾ ਹੈ ਸੁਪਨਿਆਂ ਦਾ ਭਾਰਤ ਸਿਰਜਣ ਦੀ? ਦੇਖੋ, ਸਮਰੱਥਾ ਤੇ ਹੈਗੀ ਹੈ। ਤਦੇ ਅੱਜ 3 ਮਹੀਨੇ ਹੋ ਗਏ ਇੱਥੇ ਬੈਠੇ ਨੇ। ਲੋਕਾਂ 'ਚ ਜਜ਼ਬਾ ਹੈ, ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਕੋਈ ਇੱਕ ਦਿਨ ਨਹੀਂ ਰੁਕ ਸਕਦਾ। ਇੱਥੇ ਟਰਾਲੀਆਂ 'ਚ ਪਏ ਨੇ, ਚਲੋ ਹੁਣ ਥੋੜ੍ਹਾ ਬਹੁਤ ਚੇਂਜ ਹੋ ਰਿਹਾ ਵੀ ਕੁਝ ਚਲੇ ਜਾਣ, ਕੁਝ ਆ ਜਾਣ ਅਲਟੀਮੇਟਲੀ। ਪਰ ਇੰਨੀ ਠੰਡ ਦੇ ਵਿੱਚ ਇੱਥੇ 200 ਤੋਂ ਜ਼ਿਆਦਾ ਸ਼ਹੀਦੀਆਂ ਵੀ ਹੋ ਗਈਆਂ। ਲੋਕ ਆਪਣੇ ਕਿਸੇ ਨਾ ਕਿਸੇ ਵਜ੍ਹਾ ਨਾਲ ਉਹਨਾਂ ਦੀ ਡੈਥ ਹੋ ਗਈਆਂ। ਮਤਲਬ ਠੰਡ ਵੀ ਇੱਕ ਸੀਗੀ ਗੱਲ, ਔਰ ਸਰਕਾਰ 'ਤੇ ਫਿਰ ਕੋਈ ਅਸਰ ਨਹੀਂ। ਤੇ ਇਹ ਚੀਜ਼ਾਂ ਨੂੰ ਦੇਖਦੇ ਹੋਏ ਇਹ ਚੀਜ਼ਾਂ ਅੱਗੇ ਹੋਰ ਵਧਣਗੀਆਂ। ਹੁਣ ਕਿਸਾਨ ਸਾਰੇ ਆਪਣੇ ਇੰਤਜ਼ਾਮ ਨਾਲ ਆ ਰਹੇ ਨੇ, ਕੂਲਰ ਲਿਆ ਰਿਹਾ, AC ਲਿਆ ਰਿਹਾ, ਪੱਖੇ ਲਾ ਰਹੇ ਨੇ ਵੀ ਅਸੀਂ ਤੇ ਗਰਮੀਆਂ ਵੀ ਇੱਥੇ ਕੱਢਣੀਆਂ। ਤੇ ਹਾਂਜੀ, ਜੇ ਅਸੀਂ ਇਸ ਕਿਸਾਨ ਮੋਰਚੇ ਨੂੰ ਵੀ ਵਿੱਚ ਇਨਕਲੂਡ ਕਰੀਏ ਤੇ ਓਵਰਆਲ ਸਾਰੇ ਭਾਰਤ ਦੀ ਦਸ਼ਾ ਦੇ ਦੇਖੀਏ ਤੇ ਲੋਕਾਂ ਨੂੰ ਕੀ ਜਿਹੜਾ ਕਰਨਾ ਪਊਗਾ ਜਿਹਦੇ ਨਾਲ ਉਹ ਵਾਕਿਆ ਹੀ ਆਪਦੇ ਜਿਹੜਾ ਸੁਪਨਿਆਂ ਦੇ ਭਾਰਤ ਨੂੰ ਸਿਰਜ ਸਕਣ ਦੇ ਵਿੱਚ ਕਾਮਯਾਬ ਹੋ ਸਕਣ? ਦੇਖੋ, ਛੋਟੀ ਜੀ ਗੱਲ ਵੀ ਕਹਿ ਲਈਏ ਤੇ ਬਹੁਤ ਵੱਡੀ ਗੱਲ ਹੈ ਕਿ ਪੈਟਰੋਲ ਦੀਆਂ ਕੀਮਤਾਂ ਪਿਛਲੇ 10-12 ਦਿਨ ਤੋਂ ਵੱਧ ਰਹੀਆਂ ਨੇ। ਕੋਈ ਆਵਾਜ਼ ਨਹੀਂ ਨਿਕਲਦੀ ਔਰ ਰੋਜ਼ਮਰੇ ਦੀ ਹਰ ਬੰਦਾ ਔਖਾ ਹੈ, ਦੁਖੀ ਹੈ। ਉਹ ਸਿਰਫ ਇਸ ਵਾਸਤੇ ਹੈ ਇਹ ਕੀਮਤਾਂ ਵੱਧ ਰਹੀਆਂ ਕਿ ਜਿਹੜੇ ਕਾਰਪੋਰੇਟ ਘਰਾਣੇ ਨੂੰ ਪੈਟਰੋਲੀਅਮ ਦਾ ਹਿੱਸਾ ਦਿੱਤਾ ਗਿਆ ਉਹਨਾਂ ਨੂੰ ਬੈਨੀਫਿਟ ਦੇਣ ਵਾਸਤੇ। ਦੂਜੇ ਪਾਸੇ ਪੈਸੇ ਲੋਕਾਂ ਦੀ ਜੇਬਾਂ 'ਚੋਂ ਕੱਢ ਕੇ, ਭਾਵੇਂ ਉਹ ਪ੍ਰਾਈਵੇਟ ਹੈ ਭਾਵੇਂ ਸਰਕਾਰ ਹੈ, ਇੱਕ ਤਰ੍ਹਾਂ ਦਾ ਨਿਚੋੜਨ ਦਾ ਕੰਮ ਕਰ ਰਹੀ ਹੈ। ਜਿੱਥੋਂ ਤੱਕ ਹੋ ਸਕੇ ਸਰਕਾਰ ਨਿਚੋੜ ਰਹੀ ਹੈ। ਔਰ ਇਹੀ ਚੀਜ਼ਾਂ ਜਿਹੜੀਆਂ ਨੇ ਫਿਰ ਇਹਨਾਂ ਦੇ ਖਿਲਾਫ ਜਾਣੀਆਂ। ਅੱਜ ਅਜੇ ਨਹੀਂ ਹੋ ਰਿਹਾ। ਅੱਜ ਹਰ ਬੰਦਾ ਅਵਾਇਡ ਕਰ ਰਿਹਾ, ਕਿਉਂਕਿ ਪਿਛਲਾ 1 ਸਾਲ ਜਿਹੜਾ ਹੈ ਉਹ ਕੋਵਿਡ ਦੇ ਕਹਿ ਕੇ ਕੱਢਿਆ ਗਿਆ। ਹਰ ਬੰਦਾ ਫਾਈਨੈਂਸ਼ਲੀ ਟੁੱਟਿਆ ਪਿਆ। ਔਰ ਜਿਸ ਵੇਲੇ ਇਹ ਜ਼ਿਆਦਾ ਇਹ ਲੋਡ ਪੈ ਜਾਏਗਾ, ਉਹ ਫਿਰ ਕ੍ਰਾਂਤੀ ਵੱਲ ਜਾਂਦੇ ਨੇ। ਕ੍ਰਾਂਤੀ ਨਿਕਲਦੀ ਤਦ ਹੀ ਹੈ ਵੀ ਜਿਹੜੇ ਬੰਦਾ ਦੁਖੀ ਹੋਵੇ, ਔਰ ਤਦ ਉਹ ਦੁਖੀ ਹੋ ਕੇ ਇਸ ਚੀਜ਼ ਨੂੰ ਜਾਂਦਾ ਹੈ। ਲਾਸਟ ਮੇਰਾ ਸਵਾਲ ਇਹ ਹੈ ਕਿ ਇੱਕ ਪਾਸੇ ਸਰਕਾਰ ਦੀ ਹੱਠ ਧਰਮੀ ਤੇ ਦੂਜੇ ਪਾਸੇ ਇਹਨਾਂ ਲੋਕਾਂ ਦਾ ਸਿਦਕ ਬੇਹੱਦ ਜ਼ਿਆਦਾ 70 ਪੰਜਾਬ ਔਰ ਹਰਿਆਣੇ ਦੇ ਘਰਾਂ ਦੇ ਵਿੱਚ ਵਿਸ਼ੇ ਹੈਗੇ ਆ। ਜਿਹੜੀਆਂ ਠੰਡੀਆਂ ਰਾਤਾਂ ਇਹਨਾਂ ਨੇ ਸੜਕਾਂ ਉੱਤੇ ਕੱਢੀਆਂ, ਗਰਮੀ ਦੀ ਆਮਦ ਤੁਸੀਂ ਦੇਖ ਹੀ ਚੁੱਕੇ ਹੋ ਕਿ ਬਹਿਣਾ ਮੁਹਾਲ ਹੋਇਆ। ਇੱਕ ਪਾਸੇ ਸਰਕਾਰ ਦੀ ਹੱਠ ਧਰਮੀ ਤੇ ਦੂਜੇ ਪਾਸੇ ਇਹਨਾਂ ਲੋਕਾਂ ਦਾ ਸਿਦਕ। ਭਵਿੱਖ ਕੀ ਦੇਖਦੇ ਹੋ ਇਸ ਕਿਸਾਨ ਮੋਰਚੇ ਦਾ? ਕੋਈ ਭਵਿੱਖ ਦੇ 'ਚ ਮੋਰਚਾ ਤੇ ਕਾਮਯਾਬ ਹੋਏਗਾ। ਟਾਈਮ ਦੀ ਗੱਲ ਹੈ, ਟਾਈਮ ਕਿੰਨਾ ਕੁ ਇਹ ਕੱਢ ਸਕਦੇ ਨੇ ਔਰ ਸਰਕਾਰ ਕਿੰਨੀ ਕੁ ਇਹਨੂੰ ਸਹਿ ਸਕਦੀ ਹੈ, ਉਹਨਾਂ ਦਾ ਪੇਸ਼ੈਂਸ ਕਿੰਨੀ ਕੁ ਹੈਗੀ ਹੈ ਜੀ। ਹੋਰ ਕਿਉਂਕਿ ਕਈ ਪਾਸੇ ਇਲੈਕਸ਼ਨ ਆਉਣ ਵਾਲੇ ਨੇ,
ਸਰਕਾਰ ਦੇ ਕੰਮ ਹੁੰਦੇ ਨੇ ਵੀ ਸਾਨੂੰ ਇਲੈਕਸ਼ਨ ਵੱਡੀ ਚੀਜ਼ ਹੁੰਦੀ ਹੈ ਵੀ ਅਸੀਂ ਉਹਦੇ 'ਚ ਕਿਤੇ ਸਾਡਾ ਅਸਰ ਨਾ ਪਵੇ, ਔਰ ਉਹ ਅਸਰ ਹੌਲੀ ਹੌਲੀ ਉਹਨਾਂ ਸਟੇਟਾਂ 'ਚ ਵੀ ਜਾਏਗਾ, ਔਰ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਵਿੱਚ ਇਲੈਕਸ਼ਨ ਹੋ ਕੇ ਹਟੇ ਨੇ, ਚਾਹੇ ਉਹ ਛੋਟੇ ਪੱਧਰ 'ਤੇ ਸੀ, ਪਰ ਉੱਥੇ ਵੀ ਬੀਜੇਪੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਲੋਕਾਂ ਨੇ ਪਿੰਡਾਂ 'ਚ ਵੜਨ ਨਹੀਂ ਦਿੱਤਾ। ਮਤਲਬ ਇਹ ਚੀਜ਼ ਜਦੋਂ ਹੋ ਜਾਏਗੀ, ਤੁਹਾਨੂੰ ਕੋਈ ਖੜੇ ਨਹੀਂ ਹੋਣ ਦੇਗਾ, ਤੁਹਾਡੇ ਨੇਤਾਵਾਂ ਨੂੰ ਖੜੇ ਨਹੀਂ ਹੋਣ ਦੇਗਾ, ਤੇ ਕੀ ਕਰੋਗੇ ਤੁਸੀਂ? ਕਾਹਦੇ ਵਾਸਤੇ ਕਰ ਰਹੇ ਹੋ? ਸਿਰਫ ਪੈਸੇ ਵਾਸਤੇ ਜਾਂ ਸਿਰਫ ਉਹਨਾਂ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ? ਉਹ ਘਰਾਣਿਆਂ ਨੂੰ ਵੀ ਅਲਟੀਮੇਟਲੀ ਨੁਕਸਾਨ ਹੋ ਰਿਹਾ ਹੈ। ਉਹਨਾਂ ਨੂੰ ਕਿੱਥੇ ਉਹਨਾਂ ਦੀ ਪੋਜੀਸ਼ਨ ਜਿਹੜੀ ਵਰਲਡ ਦੇ ਵਿੱਚ ਸੀਗੀ, ਉਹ ਹੁਣ ਇੰਡੀਆ 'ਚ ਵੀ ਘਟ ਕੇ ਆ ਰਹੀ ਹੈ। ਉਹ ਕਿਤੇ 13ਵੇਂ 15ਵੇਂ ਸਥਾਨ 'ਤੇ ਪਹੁੰਚ ਗਏ ਨੇ। ਉਹ ਇਸੇ ਵਾਸਤੇ ਉਹ ਕਰ ਰਹੇ ਨੇ ਕਿ ਸਾਡੀ ਪੋਜੀਸ਼ਨ ਬਣੀ ਰਵੇ। ਜੇ ਉਹਨਾਂ ਦੀ ਪੋਜੀਸ਼ਨ ਹੀ ਖਰਾਬ ਹੋ ਜਾਏਗੀ ਤਾਂ ਫਿਰ ਕੀ ਹੋਣਾ ਹੈ? ਸੋ ਇਸ ਕਰਕੇ ਉਹਨਾਂ ਨੂੰ ਇੱਕ ਵਾਪਸੀ ਲੈਣੇ ਪੈਣੇ ਹੈ। ਹੋਰ ਜਿਹੜਾ ਸਵਾਲ ਹੈ ਕਿ ਇਸ ਵੇਲੇ ਤੁਸੀਂ ਦੇਖਿਆ ਹੋਗਾ ਕਿ ਆਮ ਤੌਰ ਤੇ ਜਦੋਂ ਖੇਤੀ ਦੀ ਲੜਾਈ ਲੜਦੇ ਰਹੇ ਤੇ ਬਜ਼ੁਰਗ ਜ਼ਿਆਦਾਤਰ ਜਿਹੜੇ ਆ ਮੋਰਚਿਆਂ ਦੇ ਉੱਤੇ ਧਰਨਿਆਂ ਉੱਤੇ ਬੈਠੇ ਹੁੰਦੇ ਸੀਗੇ। ਇਹ ਅੰਦੋਲਨ ਐਡਾ ਵੱਡਾ ਇਤਿਹਾਸ ਰਚ ਗਿਆ ਕਿ ਨੌਜਵਾਨਾਂ ਦੀ ਸ਼ਮੂਲੀਅਤ ਬਿਲਕੁਲ ਬਰਾਬਰ ਦੀ ਹੈ ਤੇ ਨੌਜਵਾਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਬਜ਼ੁਰਗਾਂ ਦੇ ਨਾਲ ਆ ਕੇ ਖੜੇ ਆ। ਕੋਈ ਸੁਨੇਹਾ ਜਿਹੜਾ ਖੂਬਸੂਰਤ ਸੁਨੇਹਾ ਦੇਣਾ ਚਾਹੋ, ਇਹ ਜਿਹੜੀ ਇੱਕ ਕਹਿ ਸਕਦੇ ਇਤਿਹਾਸ ਦੇ ਵਿੱਚ ਇੱਕ ਵੱਡੀ ਲੜਾਈ ਜਿਹੜੀ ਹੈ ਨੌਜਵਾਨਾਂ ਵੱਲੋਂ ਲੜੀ ਜਾ ਰਹੀ ਹੈ। ਦੇਖੋ, ਇਹਦੇ ਵਿੱਚ ਨੌਜਵਾਨਾਂ ਨੂੰ ਸਭ ਤੋਂ ਵੱਡੀ ਚੀਜ਼ ਹੈ ਕਿ ਉਹ ਪੇਸ਼ੈਂਸ ਨਾਲ ਜਿਹੜਾ ਬੈਠੇ ਰਹੇ ਨੇ, ਔਰ ਖਾਸ ਤੌਰ ਤੇ ਜਿਹੜੀ ਲੇਡੀਜ਼ ਜਿਹੜੀਆਂ ਨੇ ਉਹ ਭਾਵੇਂ ਮੋਰਚੇ ਤੇ ਪਹੁੰਚਣ ਜਾਂ ਉੱਥੇ ਉਹਨਾਂ ਨੇ ਆਪਣੇ ਘਰ ਸੰਭਾਲੇ ਹੋਏ ਨੇ, ਉਸੇ ਚੀਜ਼ ਨੂੰ ਉਸ ਮੋਰਚੇ ਨੂੰ ਬਰਾਬਰ ਦਾ ਸਮਰਥਨ ਹੈ ਉਹਨਾਂ ਦਾ, ਔਰ ਉਹ ਉਮੀਦ ਹੈ ਕਿ ਇਹ ਸਮਰਥਨ ਉਹਨਾਂ ਦਾ ਪੂਰਾ ਰਹੇਗਾ। ਨੌਜਵਾਨ ਵੀ ਜਿਹੜਾ ਹੈ ਆਪਣੀ ਜਿਹੜੀ ਸੰਘਰਸ਼ ਦੇ ਵਿੱਚ ਲੱਗੇ ਹੋਏ ਨੇ, ਉਹ ਜਿਹੜੇ ਆਗੂ ਨੇ, ਜਿਹੜੇ ਸਾਡੇ ਲੀਡਰਸ਼ਿਪ ਹੈਗੀ ਹੈ, ਉਹਨਾਂ ਦੇ ਕਹੇ ਅਨੁਸਾਰ ਚੱਲਣ। ਇਹੀ ਮੇਰਾ ਉਹਨਾਂ ਨੂੰ ਇੱਕ ਮੈਸੇਜ ਹੈ ਵੀ ਪੇਸ਼ੈਂਸ ਦੇ ਨਾਲ ਇਹਨੂੰ ਅੱਗੇ ਕੰਮ ਚਲਾਇਆ ਜਾਵੇ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੇ ਲਈ। ਸੋ ਇਹ ਅੱਜ ਪਗੜੀ ਸੰਭਾਲ ਦਿਵਸ ਦੇ ਉੱਤੇ ਖਾਸ ਤੌਰ ਤੇ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਪਰਿਵਾਰ ਦੇ ਮੈਂਬਰਾਂ ਦੀ ਸ਼ਮੂਲੀਅਤ ਹੋਈ। ਇਸ ਦੇ ਨਾਲ ਹੀ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਔਨ 에ਅਰ ਦੇ ਨਾਲ। ਮੇਰਾ ਰਮਨਪੁਰ ਕੈਮਰਾਮੈਨ ਗਗਨ ਦੇ ਨਾਲ।